ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਕਮਲਪ੍ਰੀਤ ਸਿੰਘ। ਮੈਂ ਹਾਂ ਸੰਜੀਵ ਯਸ਼ ਖੰਨਾ। ਵੈਲਕਮ ਟੂ ਆਲ ਕਰੰਟ ਨਿਊਜ਼ ਐਂਡ ਵਿਊਜ਼ ਪ੍ਰੋਗਰਾਮ ਦੇ ਵਿੱਚ ਜੀ। ਔਰ ਇਸ ਹਫਤੇ ਦਾ ਸਫ਼ਰ ਕੁਝ ਇਸ ਤਰ੍ਹਾਂ ਦਾ ਰਿਹਾ ਸੰਜੀਵ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਅਕਸਰ ਵਾਪਰਦੀਆਂ ਨੇ ਉਸੇ ਤਰੀਕੇ ਦੇ ਨਾਲ ਅੱਜ ਵੀ ਸਾਡੇ ਕੋਲ ਬਹੁਤ ਸਾਰੀਆਂ ਖਬਰਾਂ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਖਬਰਾਂ ਦੇ ਹਰੇਕ ਐਂਗਲ ਤੋਂ ਥੋੜ੍ਹੇ ਜਿਹੇ ਉਹਦੇ ਜਿਹੜੇ ਵਿਊਜ਼ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੀਏ। ਬਿਲਕੁਲ ਜੀ। ਤਾਂ ਫਿਰ ਸਟਾਰਟ ਕਰਦੇ ਹਾਂ। ਜੋ ਭਾਰਤ ਦੇ ਮੂਲ ਨਿਵਾਸੀ ਹੈ ਨੀਰਾ ਟੰਡਨ, ਜੋ ਕਿ ਵਾਈਟ ਹਾਊਸ ਦੇ ਵਿੱਚ ਇੱਕ ਇੰਪੋਰਟੈਂਟ ਪੋਸਟ ਦੇ ਉੱਤੇ ਨਿਯੁਕਤ ਹੋਣ ਜਾ ਰਹੇ ਨੇ, ਬਲਕਿ ਨਿਯੁਕਤ ਹੋ ਚੁੱਕੇ ਨੇ। ਤੇ ਸਾਡੇ ਵਾਸਤੇ ਫਖਰ ਦੀ ਗੱਲ ਹੈ ਕਿ ਉਹ ਭਾਰਤ ਤੋਂ ਨੇ ਔਰ ਉਹਨਾਂ ਦੀ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਐਡੀ ਵੱਡੀ ਪੋਸਟ ਦਿੱਤੀ ਗਈ ਹੈ। ਬਿਲਕੁਲ ਜੀ। ਜਦੋਂ ਵੀ ਕੋਈ ਭਾਰਤੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਦਾ ਹੈ ਤਾਂ ਇੱਥੇ ਬੈਠੇ ਜਿਹੜੇ ਮੂਲ ਭਾਰਤੀ ਨੇ ਉਹ ਉਹਨਾਂ ਨੂੰ ਫਖਰ ਹੋਣਾ ਯਕੀਨਨ ਹੈ। ਬਹੁਤ ਸਾਰੇ ਐਸੇ ਪੰਜਾਬੀ ਲੋਕ ਨੇ ਖਾਸ ਕਰ ਦੇ ਉੱਤੇ ਜਿਨ੍ਹਾਂ ਨੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਮਾਰੇ ਨੇ। ਉਹਨਾਂ ਦੇ ਵਿੱਚੋਂ ਨੀਰਾ ਟੰਡਨ ਵੀ ਇੱਕ ਹੈ ਔਰ ਸਾਨੂੰ ਬੜੇ ਫਖਰ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਇਸ ਵਕਤ ਜਿਹੜੀ ਬਾਈਡਨ ਸਾਹਿਬ ਦੀ ਵਜ਼ਾਰਤ ਹੈ ਉਹਦੇ ਵਿੱਚ ਉਹਨਾਂ ਦੇ ਜਿਹੜਾ ਖੱਬਾ ਹੱਥ ਕਹਿ ਦਈਏ ਕਿ ਸੱਜਾ ਹੱਥ ਕਹਿ ਦਈਏ, ਕਮਾਲਾ ਹੈਰਿਸ, ਕੋਈ ਵੀ ਕਹਿ ਦੇ ਮਤਲਬ ਕਹਿਣ ਦਾ ਇਹ ਹੈ ਕਿ ਉਹਨਾਂ ਦਾ ਦਾਇਨਾ ਹੱਥ ਬਣ ਕੇ ਜਿਹੜੇ ਕੰਮ ਕਰ ਰਹੇ ਨੇ ਕਮਾਲਾ ਹੈਰਿਸ, ਉਹ ਵੀ ਭਾਰਤ ਦੇ ਨਾਲ ਸੰਬੰਧਿਤ ਨੇ। ਬਿਲਕੁਲ ਜੀ। ਔਰ ਜਦੋਂ ਤੱਕ ਆਪਾਂ ਨੀਰਾ ਟੰਡਨ ਜੀ ਦੀ ਗੱਲ ਕਰਨ ਜਾ ਰਹੇ ਹਾਂ, ਉਹਨਾਂ ਕੋਲ 20 ਇਅਰਸ ਦਾ ਐਕਸਪੀਰੀਅੰਸ ਹੈ ਪਾਲਿਸੀ ਐਂਡ ਮੈਨੇਜਮੈਂਟ ਦਾ। ਉਸ ਤੋਂ ਨਾਲ ਉਹਨਾਂ ਨੂੰ ਸਿਕਿਉਰਿਟੀ, ਜੋ ਡੋਮੈਸਟਿਕ ਸਿਕਿਉਰਿਟੀ ਹੈ, ਜੋ ਉਸ ਤੋਂ ਬਾਅਦ ਇਕਨੋਮਿਕ ਸਿਕਿਉਰਿਟੀ ਹੈ, ਜੋ ਨੈਸ਼ਨਲ ਸਿਕਿਉਰਿਟੀ ਹੈ, ਮਤਲਬ ਕਾਫੀ ਵਾਸਟ ਐਕਸਪੀਰੀਅੰਸ ਹੈ ਜੋ ਇਸ ਪੋਸਟ ਦੇ ਵਿੱਚ ਉਹਨਾਂ ਦੀ ਮਦਦ ਕਰੇਗਾ। ਤੇ ਉਹਨਾਂ ਦੀ ਪੋਸਟ ਇਹ ਹੋਏਗੀ ਕਿ ਕਿਹੜਾ ਕਮਿਊਨੀਕੇਸ਼ਨ ਪ੍ਰੈਜ਼ੀਡੈਂਟ ਆਫ ਅਮਰੀਕਾ ਤੱਕ ਪਹੁੰਚਣਾ ਚਾਹੀਦਾ ਹੈ, ਲੈਟਰਸ ਹੋਣ, ਮੈਸੇजेस ਹੋਣ, ਫੋਨ ਕਾਲਸ ਹੋਣ, ਐਨੀਥਿੰਗ। ਜਦੋਂ ਤੱਕ ਨੀਰਾ ਟੰਡਨ ਇਹਦੇ ਲਈ ਐਸ਼ੋਰ ਨਹੀਂ ਹੋ ਜਾਣਗੇ ਕਿ ਇਹ ਕਮਿਊਨੀਕੇਸ਼ਨ ਉਹਨਾਂ ਤੱਕ ਪਹੁੰਚਣਾ ਚਾਹੀਦਾ ਹੈ ਪ੍ਰੈਜ਼ੀਡੈਂਟ ਆਫ ਅਮਰੀਕਾ ਬਾਈਡਨ ਸਾਹਿਬ ਤੱਕ, ਉਦੋਂ ਤੱਕ ਉਹ ਕਮਿਊਨੀਕੇਸ਼ਨ ਉਹਨਾਂ ਤੱਕ ਨਹੀਂ ਪਹੁੰਚੇਗਾ। ਇਟਸ ਇੰਪੋਰਟੈਂਟ ਪੋਸਟ। ਬਿਲਕੁਲ। ਔਰ ਵੈਸੇ ਇੱਕ ਗੱਲ ਹੋਰ ਹੈ ਸੰਜੀਵ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਔਰਤਾਂ ਹੈ ਨਾ, ਇਹਨਾਂ ਦੀ ਕਮਿਊਨੀਕੇਸ਼ਨ ਵੈਸੇ ਬਹੁਤ ਸਟਰੋਂਗ ਹੁੰਦੀ ਹੈ ਨਾ। ਅਸੀਂ ਜੇਕਰ ਅਸੀਂ ਆਪਣੇ ਗਲੀ ਮਹੱਲੇ ਦੀ ਗੱਲ ਕਰੀਏ ਨਾ, ਤੇ ਜਿੰਨੀ ਇਨਫੋਰਮੇਸ਼ਨ ਸ਼ਾਇਦ ਕਿਸੇ ਨਿਊਜ਼ਪੇਪਰ ਦੇ ਵਿੱਚ ਨਹੀਂ ਛਪਦੀ, ਉਹ ਤੁਸੀਂ ਕਿਸੇ ਨਾ ਕਿਸੇ ਇਹੋ ਜਿਹੀ ਲੇਡੀ ਕੋਲ ਲੈ ਸਕਦੇ ਹੋ। ਚਲੋ ਇਹ ਗੱਲ ਇੱਕ ਮਜ਼ਾਕ ਦੀ ਹੈ। ਬਿਲਕੁਲ ਹੈ, ਇਹ ਇੱਕ ਮਜ਼ਾਕ ਦੀ ਗੱਲ ਹੈ। ਬਿਲਕੁਲ। ਲੇਕਿਨ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਨੀਰਾ ਟੰਡਨ ਜਿਹੜੇ ਕਿ ਇੱਕ ਬਹੁਤ ਹੀ ਕਾਬਿਲ ਅਤੇ ਹੋਣਹਾਰ ਇੱਕ ਸ਼ਖਸੀਅਤ ਨੇ, ਉਹਨਾਂ ਕੋਲ ਉਸੇ ਤਰ੍ਹਾਂ ਦੀ ਪੋਸਟ ਜਿਹੜੀ ਹੈ ਬਾਈਡਨ ਸਾਹਿਬ ਨੇ ਬੜਾ ਸੋਚ ਸਮਝ ਕੇ ਉਹਨਾਂ ਨੂੰ ਇਸ ਪੋਸਟ ਦੇ ਲਈ ਚੁਣਿਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਨੀਰਾ ਟੰਡਨ ਪੰਜਾਬੀਆਂ ਦਾ, ਖਾਸ ਤੌਰ ਦੇ ਉੱਤੇ ਭਾਰਤੀਆਂ ਦਾ ਨਾਮ ਰੋਸ਼ਨ ਕਰਨਗੇ। ਬਿਲਕੁਲ ਜੀ। ਔਰ ਅਸੀਂ ਆਪਣਾ ਇਤਿਹਾਸ ਵੀ ਦੇਖੀਏ ਤੇ ਪੰਜਾਬ ਦੀ ਧਰਤੀ ਤੋਂ, ਭਾਰਤ ਦੀ ਧਰਤੀ ਤੋਂ ਕਈ ਐਸੇ ਕਾਬਿਲ ਇਨਸਾਨ ਫੋਰਨ ਲੈਂਡ ਤੇ ਜਾ ਕੇ ਸੈਟਲ ਹੋਏ ਨੇ, NRIs ਨੇ, ਜਿਨ੍ਹਾਂ ਨੇ ਕਮਾਲ ਕੀਤਾ ਹੈ ਔਰ ਆਪਣੇ ਗੁਣਾਂ ਦੇ ਸਦਕਾ ਉਹਨਾਂ ਨੇ ਭਾਰਤ ਦਾ ਨਾਮ ਉੱਚਾ ਕੀਤਾ ਹੈ, ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਤੇ ਨਾਲ ਦੀ ਨਾਲ ਜਿਸ ਖੇਤਰ 'ਚ ਕੰਮ ਕਰ ਰਹੇ ਨੇ ਉਸ ਖੇਤਰ ਵਿੱਚ ਵੀ ਉਹਨਾਂ ਨੇ ਇੱਕ ਕਹਿ ਸਕਦੇ ਹੋ ਕਿ ਨਵੇਂ ਮੀਲ ਦੇ ਪੱਥਰ ਸਥਾਪਿਤ ਕੀਤੇ ਨੇ, ਬਹੁਤ ਵੱਡੇ ਅਹੁਦੇ 'ਤੇ ਪਹੁੰਚੇ ਨੇ ਔਰ ਬਹੁਤ ਮਤਲਬ ਫਖਰ ਮਹਿਸੂਸ ਕਰਵਾਇਆ ਸਾਨੂੰ ਭਾਰਤ ਵਾਸੀਆਂ ਨੂੰ। ਚਲੋ, ਜਿੱਥੇ ਅਸੀਂ ਵਿਮਨ ਐਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ, ਨੀਰਾ ਟੰਡਨ ਇਜ਼ ਵਨ ਆਫ ਦੈਮ। ਔਰ ਉਹਨਾਂ ਦੇ ਵਿੱਚੋਂ ਹੁਣ ਜੇਕਰ ਅਸੀਂ ਹਿੰਦੁਸਤਾਨ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇੱਥੇ ਪਿੱਛੇ ਜਿਹੇ ਪ੍ਰਿਯੰਕਾ ਗਾਂਧੀ ਨੇ ਵੀ ਇੱਕ, ਚਾਹੇ ਇਹਨੂੰ ਇੱਕ ਇਲੈਕਸ਼ਨ ਸਟੰਟ ਕਹਿ ਲਓ, ਲੇਕਿਨ ਉਹਨਾਂ ਨੇ ਗੱਲ ਕਹੀ ਕਿ ਯੂਪੀ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਵੱਲੋਂ 40% ਸੀਟਾਂ ਜਿਹੜੀਆਂ ਨੇ ਉਹ ਔਰਤਾਂ ਨੂੰ ਦੇਣ ਦੀ ਗੱਲ ਕਹੀ ਹੈ। ਔਰ ਇੱਕ ਬੜਾ ਵਧੀਆ ਉਹਨਾਂ ਨੇ ਇਹਦੇ ਲਈ ਇੱਕ ਸਲੋਗਨ ਵੀ ਚੁਣਿਆ ਔਰ ਸਲੋਗਨ ਇਹ ਹੈ ਕਿ ਲੜਕੀ ਹਾਂ, ਲੜ ਸਕਦੀ ਹਾਂ। ਬਿਲਕੁਲ ਜੀ। ਕਿਉਂਕਿ ਸਾਡਾ ਇਤਿਹਾਸ ਇਹ ਹੈ ਕਿ ਸਾਡੇ ਕੋਲ ਐਸੀਆਂ ਮਾਵਾਂ, ਐਸੀਆਂ ਭੈਣਾਂ ਔਰ ਐਸੀਆਂ ਸ਼ਖਸੀਅਤਾਂ ਸਾਡੇ ਇਤਿਹਾਸ ਵਿੱਚ ਰਹੀਆਂ ਨੇ ਜਿਨ੍ਹਾਂ ਨੇ ਸਾਨੂੰ ਇਹ ਫਖਰ ਮਹਿਸੂਸ ਕਰਵਾਇਆ ਹੈ ਕਿ ਅਸੀਂ ਉਹਨਾਂ ਮਾਵਾਂ ਦੀ ਸੰਤਾਨ ਹਾਂ, ਉਹਨਾਂ ਪੈਰਾਂ ਦੇ ਵੀਰ ਹਾਂ ਜਿਨ੍ਹਾਂ ਨੇ ਇੰਨਾ ਕਮਾਲ ਕੀਤਾ ਹੈ, ਇਤਿਹਾਸ ਸਿਰਜਿਆ ਹੈ ਆਪਣੇ ਕੰਮਾਂ ਦੇ ਨਾਲ। ਔਰ ਦੇਖਿਆ ਜਾਵੇ ਤਾਂ ਅੱਜ ਵੀ ਜਦੋਂ ਤੱਕ ਅਸੀਂ ਔਰਤ ਨੂੰ ਬਿਲਕੁਲ ਨਾਲ ਨਹੀਂ ਲੈ ਕੇ ਚੱਲਦੇ ਤਾਂ ਇਸ ਨੂੰ ਅਗਰ ਅਸੀਂ ਇਕਨੋਮਿਕ ਐਂਗਲ ਤੋਂ ਸੋਚੀਏ ਤਾਂ ਕਿੰਨਾ ਇਕਨੋਮਿਕ ਲਾਸ ਹੈ, ਕਿਉਂਕਿ ਉਹ ਬਹੁਤ ਕੁਝ ਦੇ ਸਕਦੀਆਂ ਨੇ ਦੇਸ਼ ਨੂੰ, ਕਿਉਂਕਿ ਦੇਸ਼ ਦੀ ਜੋ ਨੈਸ਼ਨਲ ਸੰਪत्ति ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਨੇ। ਉਸ ਪਾਵਰ ਨੂੰ ਜੇ ਤੁਸੀਂ ਅੱਖੋਂ ਓਲੇ ਕਰਕੇ ਘਰ ਬਿਠਾ ਦਿੰਦੇ ਹੋ ਜਾਂ ਕੰਮ ਨਹੀਂ ਦਿੰਦੇ ਹੋ ਤਾਂ ਉਹ ਸਾਰਾ ਟੈਲੈਂਟ ਉਹ ਵੇਸਟ ਹੋ ਸਕਦਾ ਹੈ। ਬਿਲਕੁਲ ਜੀ। ਔਰ ਜੇਕਰ ਦੇਖਿਆ ਜਾਏ ਤਾਂ ਇਹ ਵੀ ਇੱਕ ਅਖਾਣ ਹੈ, ਕਿਹਾ ਜਾਂਦਾ ਹੈ ਕਿ ਹਰੇਕ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਨਾ। ਚਲੋ ਅਸੀਂ ਆਪਣਾ ਹੱਥ ਜਿਹੜਾ ਅੱਗੇ ਬਣਾਉਂਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਕੀ ਕਹਿੰਦੀ ਹੈ? ਅਗਲੀ ਖਬਰ ਕਹਿੰਦੀ ਹੈ ਜੀ ਕਿ ਜੋ ਚੰਨੀ ਸਾਹਿਬ ਨੇ ਖਾਸ ਕਦਮ ਲਿੱਤਾ ਹੈ, ਕਾਫਿਲਾ ਜਾ ਰਿਹਾ ਹੈ
ਰੋਪੜ ਤੇ ਚਮਕੌਰ ਸਾਹਿਬ ਦਾ ਜੋ ਟੋਲ ਪਲਾਜ਼ਾ ਹੈ ਉੱਥੇ ਕਿਸਾਨਾਂ ਨੂੰ ਉਹਨਾਂ ਨੇ ਧਰਨੇ ਉੱਤੇ ਬੈਠਾ ਦੇਖਿਆ। ਉਹ ਪਹਿਲਾਂ ਵੀ ਬੜੇ ਹਿਮਾਇਤੀ ਰਹੇ ਨੇ ਕਿਸਾਨਾਂ ਦੇ, ਔਰ ਉੱਥੇ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਉਸ ਧਰਨੇ ਦੇ ਵਿੱਚ ਤੇ ਉਹਨੇ ਆਪਣੇ ਮਨ ਦੇ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ। ਬਿਲਕੁਲ ਸੰਜੀਵ, ਤੁਸੀਂ ਠੀਕ ਕਹਿ ਰਹੇ ਹੋ ਕਿ ਕਿਸੇ ਵੀ ਸੂਬੇ ਦਾ ਜਿਹੜਾ ਸੀਐਮ ਹੈ ਉਹਦਾ ਕਿਸੇ ਧਰਨੇ ਦੇ ਵਿੱਚ ਬੈਠਣਾ ਔਰ ਖਾਸ ਤੌਰ ਤੇ ਆਪਣੇ ਲੋਕਾਂ ਦੀ ਉਹਨਾਂ ਦੇ ਨਾਲ ਜਾ ਕੇ ਬੈਠਣਾ ਇੱਕ ਬਹੁਤ ਵੱਡਾ ਚੰਗਾ ਸਾਈਨ, ਆਪਾਂ ਇਹਨੂੰ ਗੁੱਡ ਸਾਈਨ ਮੰਨ ਲੈਂਦੇ ਹਾਂ, ਕਿਉਂਕਿ ਬਹੁਤ ਦੇਰ ਤੋਂ ਸਾਡੇ ਜਿਹੜੇ ਕਿਸਾਨ ਨੇ ਉਹ ਆਪਣੀ ਹਿੱਤਾਂ ਦੀ ਲੜਾਈ ਲੜ ਰਹੇ ਨੇ ਕੇਂਦਰ ਸਰਕਾਰ ਦੇ ਨਾਲ। ਔਰ ਚੰਨੀ ਸਾਹਿਬ ਵੈਸੇ ਵੀ ਆਪਣੀ ਸਾਦਗੀ ਦੇ ਲਈ ਜ਼ਿਆਦਾ ਫੇਮਸ ਹੋ ਰਹੇ ਨੇ। ਕੱਲ ਉਹਨਾਂ ਨੇ ਉੱਥੇ ਇੱਕ ਮਾਤਾ ਜੀ ਨਾਲ, ਬਜ਼ੁਰਗ ਮਾਤਾ ਜੀ ਨਾਲ ਬੈਠ ਕੇ ਖਾਣਾ ਵੀ ਖਾਧਾ, ਉਹ ਫੋਟੋਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ। ਹਾਲਾਂਕਿ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਚੰਨੀ ਸਾਹਿਬ ਸਿਰਫ ਕੈਮਰੇ ਦੇ ਅੱਗੇ ਸਿਰਫ ਆਪਣਾ ਸੀਨ ਜਿਹੜਾ ਉਹ ਪਲੇ ਕਰਦੇ ਨੇ, ਲੇਕਿਨ ਜੇਕਰ ਦੇਖਿਆ ਜਾਏ ਤਾਂ ਪੰਜਾਬ ਦੇ ਲਈ ਨੋ ਐਕਸ਼ਨ ਵਾਲੇ ਸੀਐਮ ਨੇ। ਕੈਮਰਾ ਲਾਈਟ ਜ਼ਰੂਰ ਹੁੰਦਾ ਬਟ ਐਕਸ਼ਨ ਨਹੀਂ ਹੈ। ਕਹਿਣ ਵਾਲੇ ਕੁਝ ਵੀ ਕਹਿਣ, ਪਰ ਇਟਸ ਅ ਗੁੱਡ ਸਾਈਨ, ਕਿਉਂਕਿ ਉਹਨਾਂ ਨੇ ਉੱਥੇ ਬਹਿ ਕੇ ਇਹ ਗੱਲ ਕਹੀ ਹੈ ਕਿ ਜਿੱਥੇ ਕਿਸਾਨ ਇੰਨੇ ਟਾਈਮ ਤੋਂ ਲੜ ਰਹੇ ਨੇ, ਇਹ ਸਿਰਫ ਕਿਸਾਨ ਆਪਣੇ ਲਈ ਨਹੀਂ ਲੜ ਰਹੇ, ਸਭ ਦੇ ਵਾਸਤੇ ਲੜ ਰਹੇ ਨੇ, ਕਿਉਂਕਿ ਸਾਰਿਆਂ ਦੇ ਹਿੱਤ ਦੇ ਵਾਸਤੇ ਲੜ ਰਹੇ ਨੇ। ਕਿਉਂਕਿ ਰੋਟੀ ਸਾਡੇ ਸਭਨਾਂ ਨਾਲ ਜੁੜੀ ਹੋਈ ਹੈ, ਅਸੀਂ ਸਭ ਰੋਟੀ ਖਾਂਦੇ ਹਾਂ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਪੋਲਿਟਿਕਸ ਤੋਂ ਉੱਤੇ ਉੱਠ ਕੇ ਜਦੋਂ ਅਸੀਂ ਸੋਚਦੇ ਹਾਂ ਕਿਸਾਨਾਂ ਦੇ ਹਿੱਤਾਂ ਬਾਰੇ ਤਾਂ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਅਸਲੀ ਗੱਲ ਕੀ ਹੈ। ਜ਼ਰੂਰੀ ਹੈ ਕਿ ਪਾਰਟੀ ਪੋਲਿਟਿਕਸ ਤੋਂ ਉੱਤੇ ਉੱਠਿਆ ਜਾਵੇ, ਕਿਉਂਕਿ ਇਹ ਨੈਸ਼ਨਲ ਫੂਡ ਸਿਕਿਉਰਿਟੀ ਦਾ ਮਾਮਲਾ ਆ ਜਾਂਦਾ ਹੈ। ਕਿਉਂਕਿ ਕੱਲ ਨੂੰ ਰੋਟੀ ਕਿੱਥੋਂ ਖਾਣੀ ਹੈ, ਕੱਲ ਨੂੰ ਅਸੀਂ ਆਪਣਾ ਢਿੱਡ ਕਿਵੇਂ ਭਰਨਾ ਹੈ, ਕੰਮ ਕਿਵੇਂ ਕਰਨੇ ਨੇ ਅੱਗੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਆਪਣੀ ਜ਼ਿੱਦ ਛੱਡ ਕੇ ਇਸ ਗੱਲ ਦੇ ਉੱਤੇ ਤਵੱਜੋ ਦੇਵੇ, ਧਿਆਨ ਦੇਵੇ। ਬਹੁਤ ਹੋ ਗਿਆ, ਬਹੁਤ ਸਮਾਂ ਹੋ ਗਿਆ, ਕਈ ਕਿਸਾਨ ਸ਼ਹੀਦ ਹੋ ਗਏ ਨੇ ਔਰ ਕਿੰਨਾ ਕੰਡੀਸ਼ਨਸ ਦੇ ਵਿੱਚ ਰਹਿ ਰਹੇ ਨੇ। ਔਰ ਹੁਣ ਮੁੜ ਤੋਂ ਸਰਦੀਆਂ ਹੋਣੀਆਂ ਸ਼ੁਰੂ ਹੋਣ ਜਾ ਰਹੀਆਂ ਨੇ, ਤਾਂ ਪਿਛਲੀਆਂ ਸਰਦੀਆਂ ਵੀ ਉਹਨਾਂ ਨੇ ਹੰਡਾਈਆਂ, ਇਸ ਵਾਰ ਫਿਰ ਸਰਦੀਆਂ ਹੋਣ ਲੱਗੀਆਂ ਨੇ ਹੋਰ 15-20 ਦਿਨ ਤੱਕ, ਕਿਉਂਕਿ ਉਹ ਬਿਲਕੁਲ ਓਪਨ 'ਚ ਬੈਠੇ ਨੇ, ਹਵਾਵਾਂ ਚੱਲ ਰਹੀਆਂ ਨੇ, ਮੀਂਹ ਵੀ ਪੈਂਦਾ ਹੈ, ਸਰਦੀ ਭਰਪੂਰ ਹੋ ਜਾਣੀ ਹੈ, ਫਿਰ ਤੋਂ ਠੰਡ ਹੋ ਜਾਣੀ ਹੈ, ਫਿਰ ਹੋਰ ਮੁਸ਼ਕਿਲਾਂ ਪੇਸ਼ ਆਉਣਗੀਆਂ। ਬਿਲਕੁਲ, ਲੇਕਿਨ ਜੇਕਰ ਆਪਾਂ ਦੇਖੀਏ ਤਾਂ ਕਾਂਗਰਸ ਦੀ ਨਵੀਂ ਵਜ਼ਾਰਤ ਆਏ 22 ਦਿਨ ਦਾ ਸਮਾਂ ਹੋ ਚੁੱਕਾ ਹੈ। ਹਾਂਜੀ। ਔਰ ਇਹਨਾਂ ਦਿਨਾਂ ਦੇ ਵਿੱਚ ਜੇਕਰ ਅਸੀਂ ਰਿਪੋਰਟ ਕਾਰਡ ਦੀ ਗੱਲ ਕਰੀਏ ਤਾਂ ਹਜੇ ਤੱਕ ਉਹ ਕਦਮ ਨਹੀਂ ਚੁੱਕੇ ਗਏ ਜਿਹੜੇ ਕਿ ਕਾਫੀ ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਉਹਨਾਂ ਦੇ ਬਾਰੇ ਜਦੋਂ ਕੈਪਟਨ ਸਾਹਿਬ ਵਜ਼ਾਰਤ ਵਿੱਚ ਸੀ ਤੇ ਉਹਨਾਂ ਦੀ ਮੁਖਾਲਫਤ ਕੀਤੀ ਸੀ ਕਿ ਇਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋ ਪਾ ਰਹੀਆਂ, ਕੈਪਟਨ ਸਾਹਿਬ ਉਹਦੇ ਵਿੱਚ ਰੋੜਾ ਅਟਕਾ ਰਹੇ ਨੇ ਜੀ। ਸੋ ਇਹਦੇ ਵਿੱਚ ਹੁਣ ਸਿੱਧੂ ਸਾਹਿਬ ਦਾ ਇੱਕ ਵਾਰ ਫਿਰ ਟਵੀਟ ਆ ਗਿਆ ਹੈ। ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਿ ਮੁੱਦਿਆਂ ਦੇ ਵੱਲ ਜਾਣਾ ਚਾਹੀਦਾ, ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਅਰੂਸਾ ਆਲਮ ਨੂੰ ਲੈ ਕੇ ਬਹੁਤ ਸਾਰੀ ਚਰਚਾਵਾਂ ਜਿਹੜੀਆਂ ਚੱਲਦੀਆਂ ਰਹੀਆਂ ਨੇ ਤੇ ਉਹਦੇ ਵਿੱਚ ਆਮ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਚੁੱਕੇ ਨੇ, ਕਿਉਂਕਿ ਨਵੀਂ ਸਰਕਾਰ ਬਣਨ ਦੇ ਉੱਤੇ ਲੋਕਾਂ ਨੂੰ ਹਮੇਸ਼ਾ ਉਮੀਦ ਹੁੰਦੀ ਹੈ ਕਿ ਜਿਹੜੇ ਕੰਮ ਪਿਛਲੀ ਸਰਕਾਰ ਨਹੀਂ ਕਰ ਸਕੀ ਉਹ ਨਵੀਂ ਸਰਕਾਰ ਆ ਕੇ ਹੁਣ ਕਰੇਗੀ। ਪਰ ਹਜੇ ਵੀ ਉਹ ਕੰਮ ਜਿਹੜੇ ਆ ਉਹ ਉੱਥੇ ਰਸਤੇ ਦੇ ਵਿੱਚ ਉਸੇ ਤਰ੍ਹਾਂ ਹੀ ਨੇ, ਲੋਕਾਂ ਦੇ ਕੰਮ ਨਹੀਂ ਹੋ ਪਾ ਰਹੇ ਹੈਗੇ। ਤਾਂ ਇਹਦੇ ਵਿੱਚ ਆ ਕੇ ਚੰਨੀ ਸਾਹਿਬ ਦੇ ਉੱਤੇ ਇੱਕ ਹਜੇ ਵੀ ਬਹੁਤ ਵੱਡਾ ਪ੍ਰੈਸ਼ਰ ਰਹੇਗਾ ਕਿ ਜਿੰਨੇ ਕੁ ਬਾਕੀ ਦਿਨ ਬਚੇ ਨੇ ਕੀ ਉਹ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ। ਸਮਾਂ ਘੱਟ ਹੈ ਬਿਲਕੁਲ, ਕਿਉਂਕਿ 4.5 ਸਾਲ ਬੀਤ ਚੁੱਕੇ ਨੇ, 22 ਦਿਨ ਹੋਰ ਉੱਤੇ ਹੋ ਚੁੱਕੇ ਨੇ। ਕੁੱਲ ਮਿਲਾ ਕੇ ਚੰਨੀ ਸਾਹਿਬ ਕੋਲ ਤਕਰੀਬਨ 5 ਮਹੀਨੇ ਨੇ। ਨਹੀਂ 5 ਮਹੀਨੇ ਵੀ ਨਹੀਂ ਰਹਿ ਚੁੱਕੇ, ਕਿਉਂਕਿ ਕੋਡ ਆਫ ਕੰਡਕਟ ਜਿਹੜਾ ਉਹ ਵੀ ਲਾਗੂ ਹੋ ਜਾਣਾ ਹੈ ਨਾ। ਔਰ ਇਹ ਦਸੰਬਰ ਦੀ ਗੱਲ ਹੈ ਔਰ ਜਿੱਥੋਂ ਤੱਕ ਟੈਂਟੇਟਿਵ ਇਲੈਕਸ਼ਨ ਡੇਟ ਜਿਹੜੀ ਹੈ ਉਹ ਆ ਚੁੱਕੀ ਹੈ 27 ਮਾਰਚ ਦੀ। ਬਿਲਕੁਲ ਆ ਚੁੱਕੀ ਹੈ। ਔਰ ਇਸ ਵਕਤ ਚੰਨੀ ਸਾਹਿਬ ਜਿਸ ਫਰੰਟ ਉੱਤੇ ਖੇਡ ਰਹੇ ਨੇ ਉਹ ਹੈ PR ਜੀ, ਪਬਲਿਕ ਰਿਲੇਸ਼ਨਸ ਬਣਾਉਣੇ ਜੀ। ਕਿਉਂਕਿ ਇਸ ਵਕਤ ਇਹੀ ਇੰਪੋਰਟੈਂਟ ਹੈ ਕਿ ਜਦੋਂ ਤੱਕ ਤੁਸੀਂ ਪਬਲਿਕ ਦੇ ਵਿੱਚ ਜਾ ਕੇ ਉਹਨਾਂ ਦੇ ਮਨ ਨੂੰ ਨਹੀਂ ਸਮਝਦੇ ਤੇ ਆਪਣਾ ਮਨ ਉਹਨਾਂ ਨੂੰ ਨਹੀਂ ਸਮਝਾਉਂਦੇ, ਜਦੋਂ ਤੱਕ ਉਹਨਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਨਹੀਂ ਬੈਠਦਾ, ਉਦੋਂ ਤੱਕ ਅੱਗੇ ਗੇਮ ਖੇਡਣੀ ਮੁਸ਼ਕਿਲ ਹੋਈ। ਗੇਮ ਦਾ ਮਤਲਬ ਇਹ ਹੈ ਕਿ ਇਸ ਵਕਤ ਚੰਨੀ ਸਾਹਿਬ ਜਿਸ ਫਰੰਟ ਉੱਤੇ ਖੇਡ ਰਹੇ ਨੇ ਉਹ ਹੈ PR ਯਾਨੀ ਕਿ ਪਬਲਿਕ ਰਿਲੇਸ਼ਨਸ। ਪਬਲਿਕ ਨਾਲ ਰਿਲੇਸ਼ਨਸ ਕਿੱਦਾਂ ਬਣਾਉਣੇ ਨੇ ਤਾਂ ਕਿ ਪਬਲਿਕ ਦਾ ਉਹਨਾਂ ਦੇ ਉੱਤੇ ਵਿਸ਼ਵਾਸ ਬੈਠੇ। ਉਸ ਤੋਂ ਬਾਅਦ ਉਹ ਇਹ ਐਕਸ਼ਨ ਲੈਣਗੇ ਕਿ ਕੀ ਕੰਮ ਕਰਨੇ ਨੇ, ਕਿਵੇਂ ਕਰਨੇ ਨੇ, ਕਿਉਂਕਿ ਪਬਲਿਕ ਦੇ ਸਾਥ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ। ਸੋ ਸਮਾਂ ਵੀ ਘੱਟ ਹੈ ਤਾਂ ਇਸ ਸਮੇਂ ਦਾ ਉਹ ਯੂਟਿਲਾਈਜੇਸ਼ਨ ਇਸ ਤਰ੍ਹਾਂ ਕਰ ਰਹੇ ਨੇ ਕਿ ਲੋਕਾਂ ਦੇ ਮਨ ਨੂੰ ਜਿੱਤ ਕੇ ਅਗਲੀ ਵਾਰ ਜਦੋਂ ਇਲੈਕਸ਼ਨਸ ਹੋਣੀਆਂ ਨੇ ਹੁਣ ਤਾਂ ਮੁੜ ਤੋਂ ਉਹ ਪਾਵਰ ਵਿੱਚ ਆਣ। ਔਰ ਇਹ ਜਿਹੜੀ ਸਾਰੀ ਮਿਹਨਤ ਕੀਤੀ ਹੈ ਲੋਕਾਂ ਨਾਲ ਜੁੜਨ ਦੀ, ਜੋ PR ਕੀਤਾ ਹੈ, ਪਬਲਿਕ ਰਿਲੇਸ਼ਨਸ ਬਣਾ ਰਹੇ ਨੇ, ਉਹ ਅੱਗੇ ਜਾ ਕੇ ਕੰਮ ਆਉਣਗੇ। ਔਰ ਜਦੋਂ ਉਹ ਮੁੜ ਤੋਂ ਮੁੱਖ ਮੰਤਰੀ ਬਣਨ ਤਾਂ ਉਹ ਸਾਰੇ ਕੰਮ ਜੋ ਕਰਨਾ ਚਾਹੁੰਦੇ ਨੇ ਉਹ ਕਰ ਸਕਣ, ਕਿਉਂਕਿ ਪਬਲਿਕ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ। 4.5 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਪਬਲਿਕ ਬਹੁਤ ਭੜਕੀ ਹੋਈ ਹੈ, ਅੰਦਰ ਬਹੁਤ ਰੋਸ਼ ਹੈ ਕਿ ਤੁਸੀਂ ਕੀਤਾ ਕੱਖ ਨਹੀਂ। ਉਹ ਵੀ ਠੰਡੇ ਕਰਨੇ ਨੇ ਉਹਨਾਂ ਦੇ ਜਜ਼ਬਾਤ, ਉਹਨਾਂ ਨੂੰ ਠੰਡ ਪਾਉਣੀ ਹੈ ਤਾਂ ਕਿ ਉਹ ਅੱਗੇ ਤੋਂ ਜੁੜਨ ਤੇ ਕਾਂਗਰਸ ਨੂੰ ਜ਼ਰੂਰ ਵੋਟਾਂ
ਪਾਉਣ, ਕਿਤੇ ਇਹ ਨਾ ਹੋਵੇ ਕਿ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਕਾਂਗਰਸ ਹਾਰ ਜਾਏ। ਦੇਖੋ, ਇਹ ਤਾਂ ਕੋਈ ਵੀ ਜਿਹੜੀ ਸਰਕਾਰ ਹੈ ਜਦੋਂ ਇੰਨਾ ਕੁ ਥੋੜਾ ਸਮਾਂ ਰਹਿ ਚੁੱਕਿਆ ਹੋਏਗਾ ਤੇ ਉਹ ਸੰਭਾਵੀ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਕੰਮ ਕਰੇਗੀ ਜਿਹਦੇ ਨਾਲ, ਕਿਉਂਕਿ ਪਿੱਛੋਂ ਦੀ ਜੇਕਰ ਆਪਾਂ ਹਾਈ ਕਮਾਂਡ ਦੀ ਗੱਲ ਕਰੀਏ ਤਾਂ ਉੱਤੋਂ ਦੀ ਵੀ ਇਹੀ ਆਰਡਰ ਆ ਰਹੇ ਨੇ ਕਿ ਜਿੰਨਾ ਵੀ ਤੁਸੀਂ ਲੋਕਾਂ ਦੇ ਨਾਲ ਮੇਲਜੋਲ ਵਧਾ ਸਕੋ ਓਨਾ ਜ਼ਿਆਦਾ ਮੇਲਜੋਲ ਵਧਾਓ। ਸ਼ਾਇਦ ਇਹੀ ਕਾਰਨ ਸੀ ਕਿ ਚੰਨੀ ਸਾਹਿਬ ਨੇ ਜਿੰਨੇ ਵੀ ਉਹਨਾਂ ਦੇ ਵਿਰੋਧੀ ਧਿਰ ਦੇ ਵੀ ਸੀ ਉਹਨਾਂ ਦੇ ਨਾਲ ਵੀ ਜਾ ਕੇ ਮੁਲਾਕਾਤ ਕੀਤੀ। ਚਲੋ, ਇਟਸ ਅ ਗੁੱਡ ਸਾਈਨ। ਲੇਕਿਨ ਗੱਲ ਉਹੀ ਹੈ ਅਸਲ ਮੁੱਦਿਆਂ ਦੀ ਕਿ ਹੱਲੇ ਤੱਕ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਵੱਲ ਕੋਈ ਐਕਸ਼ਨ ਨਹੀਂ ਹੋਇਆ। ਐਕਸ਼ਨ ਕਮਲ ਜੀ ਇਸ ਤਰ੍ਹਾਂ ਹੈ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਅਸਲ ਮੁੱਦੇ ਤਕਰੀਬਨ ਉਹੀ ਨੇ। ਬਿਲਕੁਲ, ਹੁਣ ਤੱਕ ਉਹੀ ਮਸਲੇ ਉਹੀ ਮੁੱਦੇ ਚੱਲ ਰਹੇ ਨੇ ਜੀ। ਸੋ ਐਕਸ਼ਨ ਵੀ ਹੋ ਰਿਹਾ ਹੈ ਔਰ ਕੰਮ ਪੂਰੇ ਵੀ ਨਹੀਂ ਹੋ ਰਹੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਮੁਸ਼ਕਿਲਾਂ ਉਹੀ ਨੇ, ਲੇਕਿਨ ਉਹਨਾਂ ਦਾ ਰੂਪ ਬਦਲ ਰਿਹਾ ਹੈ ਜਿਉਂ-ਜਿਉਂ ਸਮਾਂ ਬਦਲਦਾ ਪਿਆ ਹੈ। ਹੁਣ ਅਸੀਂ ਇਹ ਜ਼ਰੂਰ ਇੱਛਾ ਜ਼ਾਹਿਰ ਕਰਾਂਗੇ ਕਿ ਜਦੋਂ ਇਹ ਦੁਬਾਰਾ ਪਾਵਰ 'ਚ ਆਉਣ, ਕਿਉਂਕਿ ਹੁਣ ਤਾਂ ਸਮਾਂ ਹੀ ਨਹੀਂ ਹੈ ਇੰਨਾ, ਦੁਬਾਰਾ ਪਾਵਰ 'ਚ ਆਉਣ ਤਾਂ ਵਾਕਈ ਹੀ ਦਿਲੋਂ ਕੰਮ ਕਰਨ, ਉਹਨਾਂ ਮੁੱਦਿਆਂ ਉੱਤੇ ਕੰਮ ਕਰਨ ਜੋ ਵਾਕਈ ਪਬਲਿਕ ਨਾਲ ਜੁੜੇ ਹੋਏ ਨੇ, ਜਿਹਦੇ ਵਾਸਤੇ ਪਬਲਿਕ ਤਰਸਦੀ ਪਈ ਹੈ ਕਿ ਸਾਡੀ ਜ਼ਿੰਦਗੀ ਵੀ ਸੁਖਾਲੀ ਹੋਵੇ। ਕਿਉਂਕਿ ਆਜ਼ਾਦੀ ਤੋਂ ਬਾਅਦ ਤਕਰੀਬਨ 3 ਪੀੜ੍ਹੀਆਂ ਬੀਤ ਚੁੱਕੀਆਂ ਨੇ, ਉਸੇ ਤਰ੍ਹਾਂ ਦੇ ਹਾਲਤ ਹੰਡਾ ਰਹੀ ਨੇ, ਉਸੇ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਦੇ ਪਏ ਨੇ, ਉਹੀ ਪ੍ਰੋਸੈਸ ਚੱਲਦਾ ਪਿਆ ਹੈ। ਜੋ ਆਜ਼ਾਦੀ ਵੇਲੇ ਸਾਡੇ ਬਜ਼ੁਰਗਾਂ ਨੇ ਆਪਣੇ ਉੱਤੇ ਮੁਸੀਬਤਾਂ ਝੇਲੀਆਂ, ਉਹੀ ਮੁਸੀਬਤਾਂ ਹਲੇ ਤੱਕ ਵੀ ਖਤਮ ਨਹੀਂ ਹੋ ਰਹੀਆਂ। ਤੁਸੀਂ ਦੇਖ ਰਹੇ ਹੋ ਹਜੇ ਵੀ ਭਾਰਤ ਵਿੱਚ ਕਈ ਐਸੇ ਹਿੱਸੇ ਨੇ ਜਿੱਥੇ ਪੀਣ ਵਾਲਾ ਪਾਣੀ ਤੱਕ ਨਹੀਂ ਪਹੁੰਚਿਆ ਆਜ਼ਾਦੀ ਦੇ 70 ਸਾਲ ਤੋਂ ਬਾਅਦ ਵੀ। ਅਸੀਂ ਹੋਰ ਕਿਹੜੀਆਂ ਗੱਲਾਂ ਕਰਾਂਗੇ। ਚਲੋ ਸੰਜੀਵ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਅੱਗੇ ਆਏਗੀ ਜਾਂ ਨਹੀਂ ਆਏਗੀ, ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਔਰ ਲੋਕ ਦੱਸਣਗੇ। ਪਰ ਇਸ ਵਕਤ ਪੰਜਾਬ ਦੇ ਲੋਕ ਜਿਹੜੇ ਨੇ ਉਹ ਥੋੜੀ ਸ਼ਸ਼ੋ ਪੰਜ ਦੇ ਵਿੱਚ ਤਾਂ ਜ਼ਰੂਰ ਫਸੇ ਹੋਏ ਨੇ, ਕਿਉਂਕਿ ਕਿਧਰੇ ਵੀ ਇਸ ਵਕਤ ਪਾਰਟੀ ਨੂੰ ਜੇਕਰ ਆਪਾਂ ਦੇਖੀਏ ਤਾਂ ਪੂਰਨ ਤੌਰ ਦੇ ਉੱਤੇ ਬਹੁਮਤ ਮਿਲਣ ਦੀ ਆਸ ਉਹ ਨਹੀਂ ਜਤਾਈ ਜਾ ਸਕਦੀ। ਕਿਉਂਕਿ ਜਿੱਥੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਚਾਹੇ ਉਹਨੇ ਬਸਪਾ ਦੇ ਨਾਲ ਗੱਠਜੋੜ ਜ਼ਰੂਰ ਕਰ ਲਿਆ, ਲੇਕਿਨ ਅਕਾਲੀ ਦਲ ਕੋਲ ਵੀ ਹੱਲੇ ਤੱਕ ਉਨੇ ਜ਼ਿਆਦਾ ਅੰਕ ਜੇ ਦੇਖੇ ਜਾਣ ਤਾਂ ਨਹੀਂ ਹੈ। ਜਿੱਥੇ ਵੀ ਸੁਖਬੀਰ ਬਾਦਲ ਸਾਹਿਬ ਜਾਂਦੇ ਨੇ ਉੱਥੇ ਉਹਨਾਂ ਦਾ ਵਿਰੋਧ ਹੁੰਦਾ। ਬੀਬਾ ਹਰਸਿਮਰਤ ਕੌਰ ਬਾਦਲ, ਚਾਹੇ ਉਹਨਾਂ ਦੀ ਮੋਗਾ ਰੈਲੀ ਹੋਵੇ, ਚਾਹੇ ਉਹ ਜਦੋਂ ਜਲੰਧਰ ਆਏ, ਉਦੋਂ ਹਰ ਜਗ੍ਹਾ ਦੇ ਉੱਤੇ ਉਹਨਾਂ ਦੀ ਮੁਖਾਲਫਤ ਦੇ ਲਈ ਕਿਸਾਨਾਂ ਨੇ ਆ ਕੇ ਰੋਸ ਪ੍ਰਦਰਸ਼ਨ ਕੀਤਾ। ਇਹਦਾ ਮਤਲਬ ਇਹ ਹੈ ਕਿ ਉਹਨਾਂ ਤੋਂ ਕਿਸਾਨ ਖੁਸ਼ ਨਹੀਂ ਹੈ। ਦੂਜੀ ਗੱਲ, ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਕੋਲ ਵੀ ਇੰਨੇ ਅੰਕ ਹੱਲੇ ਤੱਕ ਮੌਜੂਦ ਨਹੀਂ ਨੇ ਕਿ ਜਿਹਦੇ ਨਾਲ ਉਹ ਇਕੱਲੇ ਆਪਣੇ ਤੌਰ ਦੇ ਉੱਤੇ ਆਪਣੀ ਪਾਰਟੀ ਬਣਾ ਸਕਣ। ਕੈਪਟਨ ਸਾਹਿਬ ਚਲੇ ਗਏ ਨੇ ਔਰ ਕੈਪਟਨ ਸਾਹਿਬ ਨੇ ਇੱਕ ਐਲਾਨ ਕਰ ਦਿੱਤਾ ਕਿ ਅਗਲੇ ਹਫਤੇ ਤੱਕ ਉਹ ਸੰਭਾਵੀ ਤੌਰ ਦੇ ਉੱਤੇ ਕੋਈ ਨਾ ਕੋਈ ਨਵੀਂ ਪਾਰਟੀ ਦਾ ਗੱਠਜੋੜ ਕਰ ਲੈਣਗੇ, ਜਿਹਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਦੇ ਲਈ ਥੋੜਾ ਜਿਹਾ ਹੋਰ ਉਹਨਾਂ ਦਾ ਧਿਆਨ ਜਿਹੜਾ ਦਿਵਾਇਆ ਕਿ ਮੈਂ ਬੀਜੇਪੀ ਦੇ ਨਾਲ ਮਿਲ ਕੇ ਜੇਕਰ ਕਿਸਾਨੀ ਮੁੱਦੇ ਨੂੰ ਹੱਲ ਕਰਵਾ ਦਿਆਂ ਤਾਂ ਇਹਦੇ ਲਈ ਮੈਂ ਆਪਣੇ ਪੰਜਾਬ ਦੀ ਭਲਾਈ ਕਰਾਂਗਾ। ਇਹਦੇ ਪਿੱਛੇ ਉਹਨਾਂ ਦੀ ਕੀ ਸੋਚ ਹੋਏਗੀ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ। ਹਰ ਬੰਦਾ ਪੰਜਾਬ ਦੀ ਭਲਾਈ ਕਰਨਾ ਚਾਹੁੰਦਾ ਹੈ, ਹਰ ਪਾਰਟੀ ਪੰਜਾਬ ਦੀ ਭਲਾਈ ਕਰਨਾ ਚਾਹੁੰਦੀ ਹੈ, ਤਾਂ ਮਿਲ ਕੇ ਕਰੋ, ਕਿਹਨੇ ਰੋਕਿਆ ਹੈ। ਪਰ ਰਾਜਨੀਤੀ ਹੈ, ਡੈਮੋਕ੍ਰੇਸੀ ਹੈ, ਇਹਦੇ ਵਿੱਚ ਇਲੈਕਸ਼ਨਸ ਹੋਣਗੀਆਂ ਤਾਂ ਇਹ ਜਿਹੜਾ ਖੇਡ ਹੈ ਅੰਕੜਿਆਂ ਦਾ ਖੇਡ ਹੈ। ਕੌਣ ਬੰਦਾ ਅੰਕੜੇ ਲੈ ਜਾਂਦਾ ਹੈ, ਜਿਹੜਾ ਅੰਕੜੇ ਲੈ ਗਿਆ ਉਸ ਤੋਂ ਬਾਅਦ ਉਹ ਫਿਰ ਕਿਸ ਤਰ੍ਹਾਂ ਗੇਮ ਖੇਡਦਾ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ। ਸੋ ਇੱਕ ਜਰਨਲ ਗੱਲ ਹੈ ਕਿ ਅਸੀਂ ਭਾਰਤ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ, ਦੇਸ਼ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ, ਜਾਂ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ, ਲੋਕਾਂ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ, ਇਹ ਤਾਂ ਤੁਸੀਂ ਕਰਨਾ ਹੀ ਹੈ। ਇਹਦੇ ਵਾਸਤੇ ਤੁਹਾਨੂੰ ਅਸੀਂ ਨਿਯੁਕਤ ਕਰਨਾ, ਹੋਰ ਕਾਹਦੇ ਵਾਸਤੇ ਨਿਯੁਕਤ ਕਰਨਾ? ਇੱਕ ਜਰਨਲ ਗੱਲ ਹੈ, ਪਰ ਕਰਨਾ ਕਿੱਦਾਂ ਹੈ, ਤੁਹਾਡੀ ਸਟ੍ਰੈਟਜੀ ਕੀ ਹੈ, ਮਾਡਲ ਕੀ ਹੈ, ਪੈਸਾ ਕਿੱਥੋਂ ਆਏਗਾ, ਤੁਹਾਡੇ ਸੋਰਸਿਸ ਕੀ ਨੇ, ਕੋਈ ਨਵੀਂ ਗੱਲ ਦੱਸੋ ਨਾ ਜਿਹੜੀ ਦੱਸਣ ਵਾਲੀ ਹੈ, ਲੋਕਾਂ ਦਾ ਵਿਸ਼ਵਾਸ ਬੈਠੇ ਕਿ ਇਹ ਇੱਕ ਨਵਾਂ ਏਜੰਡਾ ਲੈ ਕੇ ਆਏ ਨੇ, ਇੱਕ ਨਵੀਂ ਟੈਕਨੀਕ ਲੈ ਕੇ ਆਏ ਨੇ। ਦੇਖੋ, ਇਹ ਚੀਜ਼ਾਂ ਤਾਂ ਹਰ ਕੋਈ ਕਹਿ ਰਿਹਾ। ਹੁਣ ਸਿੱਧੂ ਸਾਹਿਬ ਨੇ ਵੀ ਇਸੇ ਚੀਜ਼ ਨੂੰ ਲੈ ਕੇ ਬਹੁਤ ਸਾਰੇ ਟਵੀਟ ਕੀਤੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦੇ ਗਿਰੇਬਾਨ ਦੇ ਵਿੱਚ ਝਾਂਕਣ ਤੋਂ ਗੁਰੇਜ਼ ਕਰੀਏ ਤੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੀ ਗੱਲ ਕਰੀਏ। ਹਾਲਾਂਕਿ ਸਿੱਧੂ ਸਾਹਿਬ ਨੂੰ ਵੀ ਜਦੋਂ ਡਿਪਾਰਟਮੈਂਟ ਮਿਲਿਆ ਸੀ ਤਾਂ ਉਹਨਾਂ ਨੇ ਵੀ ਕੋਈ ਇਹੋ ਜਿਹੀ ਖਾਸ ਕਾਰਗੁਜ਼ਾਰੀ ਕਰਕੇ ਨਹੀਂ ਦਿਖਾਈ ਜਿਹਦੇ ਨਾਲ ਇੱਕ ਮਿਸਾਲ ਕਾਇਮ ਕਰ ਸਕਦੇ ਕਿ ਹਾਂ ਵਾਕਈ ਵੀ ਮੈਂ ਇਸ ਤਰੀਕੇ ਦੇ ਨਾਲ ਕੰਮ ਕੀਤਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਕੰਮ ਕਰੋ, ਹੈ ਨਾ। ਸਿਰਫ ਗੱਲਾਂ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਇਹੀ ਸਾਡੀ ਜਿਹੜੀ ਤਰਾਸਦੀ ਹੈ ਔਰ ਹਿੰਦੁਸਤਾਨ ਦੀ ਇਤਰਾਜ਼ਦੀ ਹੈ ਕਿ ਹਿੰਦੁਸਤਾਨ ਦਾ ਜਿਹੜਾ PM ਹੈ, ਜੇਕਰ ਅਸੀਂ ਉਹਨਾਂ ਦੇ ਪੁਰਾਣੇ ਵੀਡੀਓ ਦੇਖਦੇ ਹਾਂ ਤਾਂ ਜੋ ਗੱਲਾਂ ਉਹ ਉਸ ਵਕਤ ਦੇ ਮੌਜੂਦਾ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਖਿਲਾਫਤ ਕਰਦੇ ਵਕਤ ਕਰਦੇ ਸੀ, ਅੱਜ ਲੋਕੀ ਉਹਨਾਂ ਦੀ ਖਿਲਾਫਤ ਦੇ ਵਿੱਚ ਉਹ ਗੱਲਾਂ
ਕਰ ਰਹੇ ਨੇ। ਸੋ ਗੱਲ ਇਹ ਹੈ ਸੰਜੀਵ ਕਿ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਵੱਲ ਧਿਆਨ ਕਿਸੇ ਦਾ ਵੀ ਨਹੀਂ ਜਾ ਰਿਹਾ, ਔਰ ਜਿਹੜੀ ਵੀ ਸਰਕਾਰ ਹੈ ਉਹ ਸਿਰਫ ਗੱਲਾਂ ਦੀ ਸਰਕਾਰ ਹੈ। ਗੱਲ ਇਹ ਹੈ ਕਿ ਇਹਨਾਂ ਕੋਲ ਸਿਰਫ ਗੱਲਾਂ ਨੇ, ਉਹਨਾਂ ਦਾ ਹੱਲ ਕੋਈ ਨਹੀਂ। ਜੋ ਵੀ ਸਮੱਸਿਆਵਾਂ ਨੇ, ਤੁਸੀਂ ਪੁਰਾਣੇ ਤਰੀਕਿਆਂ ਨਾਲ ਨਵੇਂ ਰਿਜ਼ਲਟ ਨਹੀਂ ਲਿਆ ਸਕਦੇ। ਨਵੇਂ ਰਿਜ਼ਲਟ ਲਿਆਉਣ ਵਾਸਤੇ ਤੁਹਾਨੂੰ ਨਵੇਂ ਤਰੀਕੇ ਅਪਣਾਉਣੇ ਪੈਣਗੇ, ਔਰ ਉਹ ਤੁਹਾਡੇ ਕੋਲ ਹੈ ਨਹੀਂ। ਜੇ ਜਨਤਾ ਅੱਗੋਂ ਪੁੱਛੇ ਤੁਸੀਂ ਸਭ ਕੁਝ ਸਾਡੇ ਵਾਸਤੇ ਕਰਨਾ ਚਾਹੁੰਦੇ ਹੋ, ਪਰ ਕਿਸ ਤਰ੍ਹਾਂ? ਤੁਹਾਡੇ ਕੋਲ ਹੈ ਕੋਈ ਟੈਕਨੀਕ? ਤੁਹਾਡੇ ਕੋਲ ਹੈ ਕੋਈ ਮਾਡਲ ਵਿਕਾਸ ਦਾ? ਤੁਹਾਡੇ ਕੋਲ ਹੈ ਕੋਈ ਸਟ੍ਰੈਟਜੀ? ਨਹੀਂ ਹੈ, ਸਿਰਫ ਗੱਲਾਂ ਨੇ। ਕਿਉਂ? ਇੰਟੈਲੀਜੈਂਟਲੀ ਸੋਚੋ, ਟਾਈਮ ਲਗਾਓ ਇਹਦੇ ਉੱਤੇ। ਜਿਹੜੇ ਵੱਡੇ ਆਫੀਸਰਸ ਬੈਠੇ ਨੇ, ਥਿੰਕ ਟੈਂਕ ਬੈਠੇ ਨੇ, ਉਹਨਾਂ ਦੀ ਗੱਲ ਸੁਣੋ। ਸਿਰਫ ਪਾਰਟੀ ਥੋੜਾ ਖੇਡੀ ਜਾਣਾ, ਪੋਲਿਟਿਕਸ ਥੋੜਾ ਖੇਡੀ ਜਾਣਾ। ਕਮ ਸੇ ਕਮ ਜਿਹੜੇ ਇੰਨੇ ਇੰਟੈਲੀਜੈਂਟ ਬ੍ਰੇਨਸ ਬੈਠੇ ਨੇ, ਇੰਨੀਆਂ ਤਨਖਾਹਾਂ ਲੈਂਦੇ ਨੇ, ਲੱਖਾਂ ਦੀਆਂ ਤਨਖਾਹਾਂ ਲੈਂਦੇ ਨੇ, ਉਹਨਾਂ ਦੇ ਦਿਮਾਗ ਦੇ ਅੰਦਰ ਕਿਹੜੀ ਸਟ੍ਰੈਟਜੀ ਹੈ ਕਿ ਇਹ ਮੁਸ਼ਕਿਲ ਹੱਲ ਕੀਤੀ ਜਾਵੇ? ਸਿਰਫ ਗੱਲਾਂ ਨਾਲ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਗੱਲਾਂ ਦਾ ਕੜਾ ਖਵਾਈ ਜਾਓਗੇ, ਕਦੋਂ ਤੱਕ ਖਵਾਈ ਜਾਓਗੇ? ਤਾਂ ਇਸ ਕਰਕੇ ਪਾਲਿਸੀ ਕੀ ਹੈ, ਸਟ੍ਰੈਟਜੀ ਕੀ ਹੈ, ਤੁਸੀਂ ਹੱਲ ਕਰਨਾ ਚਾਹੁੰਦੇ ਹੋ ਕਿੱਦਾਂ? ਸੋਰਸ ਕਿੱਦਾਂ ਨੇ? ਤੁਹਾਡੇ ਕੋਲ ਇਨਕਮ ਕਿੱਥੋਂ ਆਏਗੀ? ਤੁਹਾਡੇ ਕੋਲ ਪੈਸਾ ਕਿੱਥੋਂ ਆਏਗਾ? ਅਪਲਾਈ ਕੀ ਕਰੋਗੇ? ਕਿਹੜੇ ਵਿੰਗ ਬਣਾਓਗੇ? ਕੀ ਨਵਾਂ ਤੁਸੀਂ ਲੈ ਕੇ ਆ ਰਹੇ ਹੋ? ਪੁਰਾਣੀਆਂ ਗੱਲਾਂ ਨਾਲ ਜਾਂ ਪੁਰਾਣੇ ਸਿਸਟਮ ਨਾਲ ਨਵਾਂ ਬਦਲਾਅ ਨਹੀਂ ਆ ਸਕਦਾ। ਦੇਖੋ ਨਾ, ਇਸ ਵਕਤ ਤਿਉਹਾਰਾਂ ਦਾ ਸੀਜ਼ਨ ਜਿਹੜਾ ਉਹ ਪੀਕ ਦੇ ਉੱਤੇ ਚੱਲ ਰਿਹਾ ਹੈ। ਹਿੰਦੁਸਤਾਨ ਦੇ ਜਿਹੜੇ ਮੇਨ ਤਿਉਹਾਰ ਨੇ, ਦੀਵਾਲੀ ਹੈ, ਦੁਸਹਿਰਾ, ਕਰਵਾ ਚੌਥ ਹੈ, ਔਰ ਇਹ ਉਹ ਵਾਲੇ ਤਿਉਹਾਰ ਨੇ ਜਿਹਦੇ ਵਿੱਚ ਹਰ ਹਿੰਦੁਸਤਾਨੀ ਖੁੱਲ੍ਹੇ ਤੌਰ ਦੇ ਉੱਤੇ ਉਹਦੇ ਪੈਸੇ ਖਰਚ ਹੁੰਦੇ ਨੇ। ਔਰ ਇਸ ਵਕਤ ਪੰਜਾਬੀਆਂ ਤੇ ਨਹੀਂ ਬਲਕਿ ਪੂਰੇ ਹਿੰਦੁਸਤਾਨੀਆਂ ਦੇ ਉੱਤੇ ਵਕਤ ਦੀ ਇਹ ਮਾਰ ਹੈ, ਸਰਕਾਰ ਦੀ ਖਾਸ ਤੌਰ ਤੇ ਇਹ ਮਾਰ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਆਮ ਆਦਮੀ ਦਾ ਜੀਣਾ ਮੁਸ਼ਕਲ ਹੋ ਚੁੱਕਾ ਹੈ। ਪੈਟਰੋਲ ਜਿਹੜਾ ਇੱਕ ਐਸਾ ਕਹਿ ਲਓ ਕਿ ਉਹ ਸਾਧਨ ਹੈ ਜਿਹਦੇ ਉੱਤੇ ਪੂਰੀ ਇਕਨੋਮੀ ਡਿਪੈਂਡ ਕਰਦੀ ਹੈ, ਉਹਦੇ ਰੇਟ ਹਰ ਰੋਜ਼ ਵੱਧ ਰਹੇ ਨੇ। ਔਰ ਅਕਤੂਬਰ ਦੇ ਵਿੱਚ ਅੱਜ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ 24 ਤਰੀਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਕਰੀਬਨ 20 ਵਾਰ ਜਿਹੜਾ ਉਹ ਪੈਟਰੋਲ ਦਾ ਵਾਧਾ ਹੋ ਚੁੱਕਾ। ਪੈਟਰੋਲ ਡੀਜ਼ਲ ਦੇ ਰੇਟ ਅਸਮਾਨ ਛੂ ਰਹੇ ਨੇ ਔਰ ਕੋਈ ਸਮਝ ਨਹੀਂ ਲੱਗ ਰਹੀ ਇਹ ਕਿੱਥੇ ਜਾ ਕੇ ਰੁਕਣਗੇ। ਔਰ ਕਈ ਥਾਵਾਂ ਦੇ ਉੱਤੇ 120 ਦੇ ਕੋਲ ਜਿਹੜਾ ਪੈਟਰੋਲ ਦਾ ਰੇਟ ਪਹੁੰਚ ਚੁੱਕਾ ਹੈ। ਲੋਕੀ ਕਿਸ ਤਰੀਕੇ ਦੇ ਨਾਲ ਖੁਸ਼ੀਆਂ ਮਨਾਉਣਗੇ ਇਹਦੇ ਬਾਰੇ ਵੀ ਕੁਝ ਸਮਝ ਨਹੀਂ ਲੱਗਦੀ। ਬਿਲਕੁਲ ਨਹੀਂ ਲੱਗਦੀ, ਕਿਉਂਕਿ ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ ਤਿਉਹਾਰਾਂ ਦਾ ਮੌਸਮ ਜੀ, ਜੋ ਦਸੰਬਰ ਤੱਕ ਜਾਏਗਾ। ਸੋ ਥਾਂ ਦੇ ਉੱਤੇ ਸੇਲਸ ਵੀ ਲੱਗਦੀਆਂ ਨੇ ਕਸਟਮਰ ਨੂੰ ਅਟਰੈਕਟ ਕਰਨ ਵਾਸਤੇ। ਕਈ ਥਾਂ ਦੇ ਉੱਤੇ ਜਿਸ ਤਰ੍ਹਾਂ ਕਹਿੰਦੇ ਈਜ਼ੀ ਲੰਚ, ਈਜ਼ੀ ਡਿਨਰ ਬਹੁਤ ਸਸਤਾ ਮਿਲੇਗਾ ਅਟਰੈਕਟ ਕਰਨ ਵਾਸਤੇ। ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ, ਬੰਦਾ ਪੈਟਰੋਲ ਖਰੀਦੇਗਾ ਜਾਂ ਜਾ ਕੇ ਉੱਥੇ ਖਾਣਾ ਖਾਏਗਾ, ਪੈਟਰੋਲ ਖਰੀਦੇਗਾ ਜਾਂ ਆਪਣੇ ਪਰਿਵਾਰ ਨੂੰ ਗਿਫਟ ਦੇਗਾ, ਮਤਲਬ ਉਹਦੇ ਵਾਸਤੇ ਹਰ ਚੀਜ਼ ਮੁਸ਼ਕਿਲ ਹੋ ਚੁੱਕੀ ਹੈ। ਸੋ ਗੱਲ ਇਹ ਹੈ ਕਿ ਪੈਟਰੋਲ ਹੀ ਕੰਟਰੋਲ 'ਚ ਨਹੀਂ ਆ ਰਿਹਾ ਤੇ ਬਾਕੀ ਚੀਜ਼ਾਂ ਦਾ ਤਾਂ ਆਪਾਂ ਹਿਸਾਬ ਕਿਤਾਬ ਕੀ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹੀ ਜ਼ਰੂਰਤ ਹੈ, ਹਰੇਕ ਕੋਲ ਵਹੀਕਲ ਹੈ, ਸਭ ਨੇ ਦੂਰੀਆਂ ਤੈਅ ਕਰਨੀਆਂ ਹੁੰਦੀਆਂ ਨੇ, ਤਾਂ ਉਸ ਤੋਂ ਬਿਨਾਂ ਤੁਸੀਂ ਮੂਵ ਨਹੀਂ ਕਰ ਸਕਦੇ, ਉਹ ਜ਼ਰੂਰੀ ਹੈ। ਸੋ ਮਹਿੰਗਾਈ ਹੈ, ਸੋ ਇਹ ਖੁਸ਼ੀਆਂ ਉਦੋਂ ਹੀ ਪੂਰੀਆਂ ਹੋ ਸਕਦੀਆਂ ਨੇ ਜਦੋਂ ਤੁਹਾਡੇ ਬਜਟ ਵਿੱਚ ਉਹ ਸਮਾ ਸਕਣ। ਜੇ ਬਜਟ ਹੀ ਤੁਹਾਡਾ ਆਊਟ ਆਫ ਕੰਟਰੋਲ ਹੋ ਜਾਏ, ਬਾਅਦ ਵਿੱਚ ਤੁਸੀਂ ਸਿਰ ਖਪਾਈ ਕਰੋ, ਇੱਥੇ ਇੰਨਾ ਖਰਚਾ ਹੋ ਗਿਆ, ਇੱਥੇ ਹੋਣਾ ਨਹੀਂ ਚਾਹੀਦਾ ਸੀ, ਉੱਥੇ ਇੰਨਾ ਖਰਚਾ ਹੋ ਗਿਆ, ਹੋਣਾ ਨਹੀਂ ਚਾਹੀਦਾ ਸੀ, ਤਾਂ ਫਿਰ ਕੀ ਤਿਉਹਾਰ ਮਨਾਉਣਾ ਤੇ ਕੀ ਖੁਸ਼ੀਆਂ ਮਨਾਉਣੀਆਂ ਨੇ? ਕਿਉਂਕਿ ਤੁਸੀਂ ਬਾਕੀ ਫਿਰ ਬਾਅਦ ਵਿੱਚ ਬਹਿ ਕੇ ਆਪਣੇ ਪਰਿਵਾਰ ਨਾਲ ਝਗੜੇ ਹੀ ਕਰੋਗੇ ਕਿ ਇੱਥੋਂ ਬਚਾ ਸਕਦੇ ਸੀ ਤੁਸੀਂ ਵਾਧੂ ਖਰਚਾ ਕਰ ਦਿੱਤਾ, ਇੱਥੇ ਬਚਾ ਸਕਦੇ ਸੀ ਤੁਸੀਂ ਵਾਧੂ ਖਰਚਾ ਕਰ ਦਿੱਤਾ। ਇਸ ਕਰਕੇ ਪਹਿਲਾਂ ਹੀ ਸੋਚ ਸਮਝ ਕੇ ਤੁਰੋ ਕਿ ਘਰ ਦੇ ਵਿੱਚ ਕਮ ਸੇ ਕਮ ਸ਼ਾਂਤੀ ਤਾਂ ਬਣੀ ਰਵੇ, ਘਰ ਦੇ ਵਿੱਚ ਕਮ ਸੇ ਕਮ ਝਗੜੇ ਤਾਂ ਨਾ ਖੜੇ ਹੋਣ। ਬਿਲਕੁਲ ਜੀ, ਔਰ ਇਹਨਾਂ ਝਗੜਿਆਂ ਨੂੰ ਹੀ ਖਤਮ ਕਰਨ ਦੇ ਲਈ ਕਾਂਗਰਸ ਦੀ ਹਾਈ ਕਮਾਂਡ ਨੇ ਭੇਜਿਆ ਸੀ ਹਰੀਸ਼ ਰਾਵਤ ਜੀ ਨੂੰ, ਜਿਹੜੇ ਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸਨ। ਔਰ ਉਹਨਾਂ ਨੇ ਵੀ ਜਾਂਦੇ ਜਾਂਦੇ ਹੱਥ ਖੜੇ ਕਰ ਦਿੱਤੇ ਸੰਜੀਵ, ਔਰ ਜਾਂਦੇ ਜਾਂਦੇ ਇਹੀ ਕਹਿ ਗਏ ਕਿ ਕਾਂਗਰਸ ਨੂੰ ਸਿੱਧੂ ਸਾਹਿਬ ਦਾ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ। ਹਾਲਾਂਕਿ ਇਹਦੇ ਤੇ ਹਜੇ ਵੀ ਸਸ਼ੋਪਨ ਚੱਲ ਰਹੀ ਸੀ ਕਿ ਸਿੱਧੂ ਸਾਹਿਬ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਮੌਜੂਦ ਨੇ ਜਾਂ ਨਹੀਂ ਨੇ, ਲੇਕਿਨ ਹਾਲੇ ਤੱਕ ਮੌਜੂਦਾ ਪ੍ਰਧਾਨ ਉਹੀ ਨੇ। ਉਸ ਤੋਂ ਬਾਅਦ ਹੁਣ ਕਾਂਗਰਸ ਹਾਈਕਮਾਨ ਨੇ ਇੱਕ ਨਵੇਂ ਪ੍ਰਧਾਨ ਨੂੰ ਇੱਥੇ ਥਾਪਿਆ ਔਰ ਜਿਹੜੇ ਕਿ ਹਰੀਸ਼ ਰਾਵਤ ਹਰਾਂ ਦੀ ਜਗ੍ਹਾ ਲੈ ਰਹੇ ਨੇ। ਹਰੀਸ਼ ਚੌਧਰੀ ਜਿਹੜੇ ਕਿ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਹੋਏ ਨੇ। ਸੋ ਦੇਖਣਾ ਇਹ ਹੋਏਗਾ ਕਿ ਹਰੀਸ਼ ਰਾਵਤ ਜੋ ਕੁਝ ਨਹੀਂ ਕਰ ਸਕੇ, ਕੀ ਹਰੀਸ਼ ਚੌਧਰੀ ਇਸ ਸਾਰੀ ਸਥਿਤੀ ਨੂੰ ਸੰਭਾਲ ਪਾਣਗੇ ਜਾਂ ਨਹੀਂ? ਸੰਭਾਲ ਲੈਣ ਤੇ ਵਧੀਆ ਹੀ ਹੈ, ਕਿਉਂਕਿ ਪਬਲਿਕ ਤਾਂ ਇਹੀ ਚਾਹੁੰਦੀ ਹੈ ਕਿ ਕੋਈ ਆਵੇ ਸੰਭਾਲਣ ਵਾਲਾ ਜੋ ਵਾਕਈ ਸੰਭਾਲ ਸਕੇ। ਸੋਚ ਕੇ ਸਮਝਦਾਰੀ ਦੇ ਨਾਲ ਸਾਡੀਆਂ
ਮੁਸੀਬਤਾਂ ਸਾਡੇ ਮਸਲੇ ਹੱਲ ਕਰ ਸਕੇ। ਸਿੱਧੂ ਸਾਹਿਬ ਦੀ ਆਪਣੀ ਇੱਕ ਜਗ੍ਹਾ ਹੈ, ਉਹ ਆਪਣੀ ਇੱਕ ਜਗ੍ਹਾ ਬਣਾ ਕੇ ਰੱਖਦੇ ਨੇ, ਕਾਇਮ ਰੱਖਦੇ ਨੇ ਉਸ ਚੀਜ਼ ਨੂੰ, ਹਮੇਸ਼ਾ ਨਿਊਜ਼ 'ਚ ਬਣੇ ਰਹਿੰਦੇ ਨੇ, ਕੁਝ ਨਾ ਕੁਝ ਐਸਾ ਚੱਲਦਾ ਰਹਿੰਦਾ ਉਹਨਾਂ ਪਾਸੋਂ ਕਿ ਲੋਕਾਂ ਦਾ ਧਿਆਨ ਉਹਨਾਂ ਵੱਲ ਜਾਂਦਾ ਹੈ। ਇਹਨੂੰ ਆਪਾਂ ਅਟੈਂਸ਼ਨ ਗੇਮ ਜਾਂ ਕਹਿ ਸਕਦੇ ਹੋ, ਜਾਂ ਇਕਨੋਮੀ ਚਾਹੀਦਾ ਅਟੈਂਸ਼ਨ ਇਕਨੋਮੀ ਕਹਿ ਸਕਦੇ ਹੋ, ਮਤਲਬ ਆਪਣੇ ਵੱਲ ਅਟੈਂਸ਼ਨ ਰੱਖਣਾ, ਅਟੈਂਸ਼ਨ ਪੋਲਿਟਿਕਸ ਖੇਡ ਸਕਦੇ ਹੋ ਤੁਸੀਂ ਇਸ ਤਰ੍ਹਾਂ। ਆਪਣਾ ਵਿਚਾਰ ਐਸਾ ਬਣਾ ਕੇ ਰੱਖਣਾ, ਆਪਣੀ ਸੋਚ ਐਸੀ ਬਣਾ ਕੇ ਰੱਖਣੀ ਕਿ ਲੋਕਾਂ ਦਾ ਧਿਆਨ ਤੁਹਾਡੇ ਵੱਲ ਬਣਿਆ ਰਵੇ, ਤੁਸੀਂ ਇੱਕ ਸੈਂਟਰ ਫਿਗਰ ਬਣ ਕੇ ਰਹੋ, ਤਾਂ ਕੁਝ ਨਾ ਕੁਝ ਐਸਾ ਖੇਡਦੇ ਰਹਿਣਾ ਹੈ। ਪਰ ਇਹਦਾ ਫਾਇਦਾ ਕਿਹਨੂੰ ਹੋ ਰਿਹਾ ਜੀ? ਇਹਦਾ ਫਾਇਦਾ ਸਿਰਫ ਤੁਹਾਨੂੰ ਹੋ ਰਿਹਾ ਹੈ, ਔਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਕਿਸੇ ਨੂੰ ਨਹੀਂ ਪਤਾ। ਸੋ ਕੁੱਲ ਮਿਲਾ ਕੇ ਗੱਲ ਕਮਲ ਇਸ ਤਰ੍ਹਾਂ ਬੈਠਦੀ ਹੈ ਕਿ ਪਬਲਿਕ ਦੇ ਹੱਥ ਕੀ ਆਇਆ ਜੀ, ਪਬਲਿਕ ਨੇ ਕੀ ਦੇਖਿਆ। ਪਬਲਿਕ ਸਿਰਫ ਬੈਠ ਕੇ ਇੱਕ ਸ਼ੋਅ ਦੇਖਦੀ ਪਈ ਹੈ ਕਿ ਉਹਦੇ 'ਚ ਸਿੱਧੂ ਸਾਹਿਬ ਵੀ ਨੇ, ਉਹਦੇ 'ਚ ਹੋਰ ਬਾਕੀ ਕਰੈਕਟਰਸ ਵੀ ਨੇ, ਇੱਕ ਗੇਮ ਚੱਲਦੀ ਪਈ ਹੈ, ਇੱਕ ਫਿਲਮ ਚੱਲਦੀ ਪਈ, ਅਸੀਂ ਬੈਠ ਕੇ ਦੇਖਦੇ ਪਏ ਹਾਂ, ਜਾਂ ਵਾਕਈ ਕੁਝ ਐਕਟਿਵ ਹੈ, ਕੁਝ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਸਾਰੇ ਨਾਗਰਿਕ ਵੀ ਆਪਣਾ ਪਾਰਟ ਪਲੇ ਕਰ ਸਕਦੇ ਹਾਂ ਔਰ ਪੰਜਾਬ ਸੂਬੇ ਵਾਸਤੇ ਵਧੀਆ ਕੰਮ ਕਰ ਸਕਦੇ ਹਾਂ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਦੇਖਿਆ ਜਾਏ ਤਾਂ ਕਿਸੇ ਵੀ ਇੱਕ ਪਾਰਟੀ ਨੂੰ, ਜਿਹੜੀ ਰਾਜਨੀਤਿਕ ਪਾਰਟੀ ਹੈ, ਜੇਕਰ ਉਹਨੂੰ ਸਾਰੀਆਂ ਵੋਟਾਂ ਮਿਲ ਜਾਂਦੀਆਂ ਨੇ ਤਾਂ ਵੀ ਇਹ ਚੀਜ਼ ਗਲਤ ਸਾਬਤ ਹੋਈ ਹੈ। ਔਰ ਜੇਕਰ ਇਹ ਦੇਖਿਆ ਜਾਏ ਕਿ ਜਿੱਥੇ ਬਿਲਕੁਲ ਵੀ ਕੋਈ ਤਾਲਮੇਲ ਨਹੀਂ ਬੈਠਦਾ, ਪਾਰਟੀਆਂ ਦੇ ਕੋਲ ਉਹ ਪੂਰੀ ਤਾਕਤ ਨਹੀਂ ਆਉਂਦੀ, ਤਾਂ ਇਹ ਚੀਜ਼ ਵੀ ਹੈ ਉਹ ਗਲਤ ਸਾਬਤ ਹੋਈ ਹੈ। ਲੇਕਿਨ ਫਿਰ ਵੀ ਜੇਕਰ ਦੇਖਿਆ ਜਾਏ, ਅਸੀਂ ਨਿਚੋੜ ਕੱਢ ਕੇ ਦੇਖੀਏ ਤਾਂ ਜਿੱਥੇ ਕਿਧਰੇ ਗਠਬੰਧਨ ਹੋ ਜਾਂਦਾ ਹੈ ਤਾਂ ਉੱਥੇ ਕਿਤੇ ਨਾ ਕਿਤੇ ਜਿਹੜੀ ਉਸ ਵਕਤ ਦੀ ਸਰਕਾਰ ਦੇ ਵਿੱਚ ਪਾਰਟੀ ਆਂਦੀ ਹੈ ਉਹਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਜ਼ਰੂਰ ਰਹਿੰਦਾ, ਉਹ ਲੋਕਾਂ ਦੀਆਂ ਗੱਲਾਂ ਜ਼ਰੂਰ ਸੁਣਦੀ ਹੈ। ਹੁਣ ਕੇਂਦਰ ਦੇ ਵਿੱਚ ਵੀ ਇਹੀ ਥੋੜਾ ਜਿਹਾ ਹਾਲਾਤ ਜਿਹੜੇ ਬਣੇ ਨੇ, ਕਿਉਂਕਿ ਕੇਂਦਰ ਦੀ ਸਰਕਾਰ ਭਾਜਪਾ ਹੈ, ਬੀਜੇਪੀ ਦੇ ਕੋਲ ਬਹੁਮਤ ਆਇਆ, ਐਡਾ ਵੱਡਾ ਬਹੁਮਤ ਆਇਆ ਹਾਂਜੀ ਕਿ ਉਹਨੇ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਚਲਾਉਣੀ ਸ਼ੁਰੂ ਕਰ ਦਿੱਤੀ। ਬਿਲਕੁਲ ਹੈ, ਹਰੇਕ ਰਾਜ ਨੂੰ ਉਹਨੇ ਆਪਣੇ ਮੁਤਾਬਿਕ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਕਿ ਹਰ ਰਾਜ ਦੇ ਆਪਣੇ ਵੱਖਰੇ ਤੌਰ ਤਰੀਕੇ ਹੁੰਦੇ ਨੇ, ਹਰ ਤਰ੍ਹਾਂ ਦੇ ਲੋਕ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ। ਸੋ ਉਹ ਲੋਕ ਜ਼ਰੂਰੀ ਨਹੀਂ ਹੈ ਕਿ ਇੱਕੋ ਨੀਤੀ ਦੇ ਨਾਲ ਪੂਰਾ ਦੇਸ਼ ਚੱਲੇ, ਹਰੇਕ ਰਾਜ ਦੀ ਵੱਖਰੀ ਨੀਤੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਵੀ ਚੀਜ਼ ਜਿਹੜੀ ਹੈ ਪੂਰੇ ਹਿੰਦੁਸਤਾਨ ਦੇ ਸੂਬੇ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਸਹੀ ਨਹੀਂ ਬੈਠੀ। ਔਰ ਜੇਕਰ ਆਪਾਂ ਦੇਖੀਏ ਪੰਜਾਬ ਦੀ ਸਥਿਤੀ, ਤਾਂ ਪੰਜਾਬ ਦੇ ਵਿੱਚ ਇਸ ਵਕਤ ਜਿਹੜੀਆਂ ਦੋ ਕਹਿ ਲਓ ਕਿ ਘਰੇਲੂ ਪਾਰਟੀਆਂ ਸੀ, ਜਿਹਦੇ ਵਿੱਚ ਕਾਂਗਰਸ ਸੀ ਔਰ ਨਾਲ ਹੀ ਨਾਲ ਅਕਾਲੀ ਦਲ ਸੀ, ਉਹਨਾਂ ਦੇ ਕੋਲ ਵੀ ਇਸ ਵਕਤ ਬਹੁਮਤ ਦਾ ਆਂਕੜਾ ਬਣਦਾ ਹੋਇਆ ਨਹੀਂ ਦਿਖ ਰਿਹਾ। ਔਰ ਕੋਸ਼ਿਸ਼ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਇਹੀ ਰਹਿੰਦੀ ਹੈ, ਕੇਜਰੀਵਾਲ ਸਾਹਿਬ ਆਉਂਦੇ ਨੇ ਔਰ ਹਰ ਵਾਰ ਕੋਈ ਨਾ ਕੋਈ ਆਪਣਾ ਨਵਾਂ ਐਲਾਨ ਕਰਕੇ ਚਲੇ ਜਾਂਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਏਗਾ, ਜਿੰਨੀ ਦੇਰ ਤੱਕ ਉਹ ਮੁੱਖ ਮੰਤਰੀ ਦੀ ਜਿਹੜਾ ਕੁਰਸੀ ਦੇ ਉਮੀਦਵਾਰ ਦਾ ਐਲਾਨ ਨਹੀਂ ਕਰਦੇ, ਉਨੀ ਦੇਰ ਤੱਕ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਪਕੜ ਉਸ ਤਰੀਕੇ ਦੇ ਨਾਲ ਨਹੀਂ ਬਣਾ ਪਾਏਗੀ। ਗੱਲ ਇਹ ਹੈ ਕਮਲ ਜੀ ਕਿ ਜੋ ਪਾਰਟੀ ਲੋਕਾਂ ਦੇ ਸੱਭਿਆਚਾਰ ਨਾਲ ਜੁੜਦੀ ਹੈ, ਕਲਚਰ ਨਾਲ ਜੁੜਦੀ ਹੈ, ਉਹੀ ਕਾਮਯਾਬ ਹੁੰਦੀ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਪੋਲਿਟਿਕਸ ਬੜਾ ਖੁਸ਼ਕ ਹੈ ਜੀ, ਬੜੀ ਖੁਸ਼ਕੀ ਵਾਲੀ ਗੱਲ ਹੈ, ਲੋਕਾਂ ਨੂੰ ਮਜ਼ਾ ਨਹੀਂ ਆਉਂਦਾ, ਅੱਕ ਜਾਂਦੇ ਨੇ। ਇਸ ਕਰਕੇ ਜੋ ਕਲਚਰ ਹੈ, ਸੱਭਿਆਚਾਰ ਹੈ, ਉਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਲੋਕੀ ਅੱਕਦੇ ਨਹੀਂ, ਲੋਕਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ। ਜੋ ਪਾਰਟੀ ਜਿਸ ਵੀ ਸੂਬੇ ਦੇ ਵਿੱਚ ਆਪਣਾ ਰੰਗ ਜਮਾਉਣਾ ਚਾਹੁੰਦੀ ਹੈ, ਜਦੋਂ ਤੱਕ ਉੱਥੋਂ ਦੇ ਲੋਕਾਂ ਦੇ ਸੱਭਿਆਚਾਰ ਨਾਲ ਨਹੀਂ ਜੁੜਦੀ, ਉਹਨਾਂ ਦੀ ਆਮ ਜ਼ਿੰਦਗੀ ਨਾਲ ਨਹੀਂ ਜੁੜਦੀ, ਆਮ ਵਿਚਾਰਧਾਰਾ ਨਾਲ ਨਹੀਂ ਜੁੜਦੀ, ਉਹਨਾਂ ਦੀ ਆਮ ਸੋਚ ਨਾਲ ਨਹੀਂ ਜੁੜਦੀ, ਉਦੋਂ ਤੱਕ ਉਹ ਉਸ ਪਾਰਟੀ ਦੀ ਹਾਰ ਨਿਸ਼ਚਿਤ ਕਰ ਦਿੰਦੀ ਹੈ ਪਬਲਿਕ ਕਿ ਤੁਸੀਂ ਸਾਡੇ ਆਪਣੇ ਨਹੀਂ ਹੋ। ਪਹਿਲਾਂ ਤੁਸੀਂ ਉਹਨਾਂ ਨੂੰ ਆਪਣੇ ਬਣ ਕੇ ਦਿਖਾਓ। ਸਭ ਤੋਂ ਜ਼ਰੂਰੀ ਇਹੀ ਹੈ ਕਿ ਤੁਸੀਂ ਪਹਿਲਾਂ ਤਾਂ ਸੱਭਿਆਚਾਰ ਨੂੰ ਪਛਾਣੋ, ਕਲਚਰ ਨੂੰ ਪਛਾਣੋ ਕਿ ਸਾਡਾ ਕਲਚਰ ਹੈ ਕੀ ਹੈ। ਕਿਉਂਕਿ ਖੁਸ਼ਕੀ ਦੇ ਵਿੱਚ ਤੁਸੀਂ ਰਾਜਨੀਤੀ ਖੇਡਦੇ ਪਏ ਹੋ, ਜਦਕਿ ਸਾਨੂੰ ਚਾਹੀਦੀ ਘਿਓ ਸ਼ੱਕਰ, ਤੇ ਘਿਓ ਸ਼ੱਕਰ ਹਮੇਸ਼ਾ ਸੱਭਿਆਚਾਰ 'ਚ ਹੁੰਦੀ ਹੈ। ਇੱਥੋਂ ਦੇ ਲੋਕ, ਇੱਥੋਂ ਦੇ ਲੋਕਾਂ ਦੀ ਵਿਰਾਸਤ, ਇੱਥੋਂ ਦੇ ਲੋਕਾਂ ਦੇ ਖਾਣੇ ਪਹਿਨਾਵੇ, ਠੀਕ ਹੈ, ਲੋਕ ਕਹਾਵਤਾਂ, ਲੋਕਾਂ ਦਾ ਲਿਟਰੇਚਰ, ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਰਸ ਪੈਦਾ ਕਰੋ। ਜਦੋਂ ਤੱਕ ਰਸ ਪੈਦਾ ਨਹੀਂ ਕਰੋਗੇ, ਉਦੋਂ ਤੱਕ ਉਹ ਤੁਹਾਡਾ ਸਾਥ ਨਹੀਂ ਦੇਣਗੇ। ਤਾਂ ਰਸ ਪੈਦਾ ਕਰਨ ਦਾ ਸਭ ਤੋਂ ਵਧੀਆ ਫਾਰਮੂਲਾ ਇਹ ਹੈ, ਸੱਭਿਆਚਾਰ ਨਾਲ ਜੁੜੋ। ਜਿਹੜੀ ਪਾਰਟੀ ਸੱਭਿਆਚਾਰ ਨਾਲ ਜੁੜਦੀ ਹੈ, ਉਹ ਲੋਕਾਂ ਦੇ ਮਨਾਂ ਨੂੰ ਸਮਝਦੀ ਹੈ, ਉਹਦੇ ਮੁਤਾਬਿਕ ਪਾਲਿਸੀ ਡਿਜ਼ਾਈਨ ਹੁੰਦੀ ਹੈ, ਉਹਦੇ ਮੁਤਾਬਿਕ ਹੀ ਫੈਸਲੇ ਲਿੱਤੇ ਜਾਂਦੇ ਨੇ। ਚਲੋ, ਅਸੀਂ ਤੇ ਇਹੀ ਦੁਆ ਕਰਾਂਗੇ, ਇਹੀ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਪਾਰਟੀ ਆਇਓ, ਪੰਜਾਬ ਦੇ ਲੋਕ ਹਿੱਤਾਂ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰੇ, ਨਾ ਕਿ ਸਿਰਫ ਕੁਰਸੀ ਦੀ ਖੇਡ ਖੇਡੇ। ਸੋ ਮੇਰੇ ਖਿਆਲ ਦੇ ਨਾਲ ਸੰਜੀਵ, ਸਾਡਾ ਵੀ ਜਿਹੜਾ ਵਕਤ ਹੈ ਉਹ ਹੁਣ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਹੈ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਆਪਾਂ ਸੱਭਿਆਚਾਰ ਦੀ ਗੱਲ ਕੀਤੀ ਹੈ, ਆਪਣੇ ਇਤਿਹਾਸਿਕ ਫੈਕਟਸ ਦੀ ਗੱਲ ਕੀਤੀ ਹੈ, ਤਾਂ ਜ਼ਿਲ੍ਹਿਆਂਵਾਲੇ ਬਾਗ ਨੂੰ ਲੈ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਰੋਸ਼ ਆ ਰਿਹਾ ਹੈ ਕਿ
ਜੋ ਸਾਡਾ ਇਤਿਹਾਸ ਹੈ, ਜੀ। ਜੋ ਸਾਡਾ ਪਿਛੋਕੜ ਹੈ, ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜੋ ਮੂਲ ਰੂਪ ਹੈ, ਇਤਿਹਾਸਿਕ ਰੂਪ ਹੈ ਜਲਿਆਂਵਾਲੇ ਬਾਗ ਦਾ, ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਹਨੂੰ ਉਸੇ ਤਰ੍ਹਾਂ ਹੀ ਸਾਂਭ ਕੇ ਰੱਖਣਾ ਚਾਹੀਦਾ ਹੈ ਜਿਸ ਵੇਲੇ ਉਹ ਹਾਲਾਤ ਸਨ ਜਦੋਂ ਉੱਥੇ 13 ਅਪ੍ਰੈਲ ਸਨ 1919 ਦੇ ਵਿੱਚ ਗੋਲੀ ਚੱਲੀ ਸੀ ਜੀ। ਤੇ ਲੋਕਾਂ ਦਾ ਜੋ ਬੁਰਾ ਹਾਲ ਹੋਇਆ ਸੀ, ਲੋਕਾਂ ਨੂੰ ਜਾਨੋਂ ਮਾਰਿਆ ਗਿਆ, ਸ਼ਹੀਦ ਹੋਏ ਲੋਕ। ਸੋ ਉਸ ਰੂਪ ਨੂੰ ਕਿਉਂ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂਕਿ ਆਉਣ ਵਾਲੀਆਂ ਨਸਲਾਂ ਦੇਖਣ ਕਿ ਅਸਲ ਵਿੱਚ ਕੀ ਸੀ ਫੈਕਟਸ, ਅਸਲ ਵਿੱਚ ਕੀ ਸੀ ਸਿਚੁਏਸ਼ਨ। ਤਾਂ ਇਹ ਸਾਡੇ ਇਤਿਹਾਸ ਨਾਲ, ਸਾਡੀ ਇਤਿਹਾਸਿਕ ਪਿਛੋਕੜ ਨਾਲ, ਫੈਕਟਸ ਦੇ ਨਾਲ ਔਰ ਉਸ ਜਗ੍ਹਾ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਤੇ ਇਸ ਮੌਕੇ ਦੇ ਉੱਤੇ ਮੁਜ਼ਾਹਰਾ ਵੀ ਹੋਇਆ ਹੈ ਜਲਿਆਂਵਾਲੇ ਬਾਗ ਦੇ ਬਾਹਰ, ਤੇ ਨਾਲ ਉਹਨਾਂ ਨੇ ਕਿਸਾਨੀ ਹੱਕਾਂ ਦੀ ਵੀ ਗੱਲ ਕੀਤੀ ਹੈ, ਤੇ ਨਾਲ ਉਹਨਾਂ ਨੇ BSF ਦਾ ਜੋ ਏਰੀਆ ਵਧਾ ਦਿੱਤਾ ਹੈ 50 ਕਿਲੋਮੀਟਰ, ਉਹਦੀ ਵੀ ਗੱਲ ਕੀਤੀ ਹੈ। ਪਰ ਮੇਨ ਮੁੱਦਾ ਇਹੀ ਰਿਹਾ ਕਿ ਜਲਿਆਂਵਾਲੇ ਬਾਗ ਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਛੇੜਖਾਨੀ ਨਹੀਂ ਹੋਣੀ ਚਾਹੀਦੀ। ਬਿਲਕੁਲ ਜੀ, ਜਿਹੜਾ ਇਤਿਹਾਸ ਹੈ ਉਹਨੂੰ ਸੰਜੋ ਕੇ ਰੱਖਣਾ ਚਾਹੀਦਾ ਹੈ। ਔਰ ਜੇਕਰ ਕਿਸੇ ਰਾਜਨੀਤਿਕ ਪਾਰਟੀ ਦੀ ਇਹ ਮਨੋਦਸ਼ਾ ਹੋਵੇ ਕਿ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਦੇ ਉੱਤੇ ਆਜ਼ਾਦੀ ਦੀ ਜੰਗ ਦੇ ਵਿੱਚ ਪੰਜਾਬੀਆਂ ਨੇ ਹੀ ਆਪਣੇ ਉੱਤੇ ਤਸ਼ੱਦਦ ਸਹੇ ਨੇ, ਇਸ ਸਭ ਦੇ ਨਾਲ ਹੀ ਜਿਹੜਾ ਹਿੰਦੁਸਤਾਨ ਹੈ ਔਰ ਹਿੰਦੁਸਤਾਨੀ ਹੈ ਉਹ ਆਜ਼ਾਦੀ ਦੀ ਆਬੋ ਹਵਾ ਦੇ ਵਿੱਚ ਸਾਹ ਲੈ ਰਿਹਾ ਹੈ। ਇਸ ਗੱਲ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ। ਔਰ ਚਾਹੇ ਜਿਹੜੀਆਂ ਵਕਤ ਦੀਆਂ ਸਰਕਾਰਾਂ ਨੇ ਉਹ ਲੋਕਾਂ ਦੀ ਸੋਚ ਨੂੰ ਬਦਲਣ ਦੇ ਲਈ ਇਤਿਹਾਸ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਨਗੀਆਂ, ਪਰ ਪੰਜਾਬੀ ਐਸੇ ਯੋਧੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਦੀ ਵੀ ਆਪਣੇ ਇਤਿਹਾਸ ਦੇ ਨਾਲ ਛੇੜਖਾਨੀ ਨਹੀਂ ਹੋਣ ਦੇਣਗੇ। ਸੋ ਇਸੇ ਉਮੀਦ ਦੇ ਨਾਲ ਕਿ ਪੰਜਾਬ ਸਾਡਾ ਇਸੇ ਤਰ੍ਹਾਂ ਹੀ ਅੱਗੇ ਵੱਧਦਾ ਰਹੇ ਔਰ ਪੰਜਾਬੀਆਂ ਨੂੰ ਪਰਮਾਤਮਾ ਜ਼ਰੂਰ ਸਮਤ ਬਖਸ਼ੇ, ਔਰ ਖ਼ਾਸ ਤੌਰ ਦੇ ਉੱਤੇ ਇੱਥੋਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਉੱਤੇ ਲੋਕਾਂ ਦਾ ਪ੍ਰਭਾਵ ਜਿਹੜਾ ਜ਼ਿਆਦਾ ਹੋਵੇ, ਔਰ ਤਾਂ ਹੀ ਅਸੀਂ ਇੱਕ ਸਹੀ ਮਾਇਨੇ ਦੇ ਵਿੱਚ ਲੋਕਤੰਤਰ ਦਾ ਨਿਰਮਾਣ ਇੱਥੇ ਕਰ ਸਕਾਂਗੇ। ਜੀ, ਔਰ ਸਾਡੇ ਵੱਲੋਂ ਬਹੁਤ ਸ਼ੁਭ ਇੱਛਾਵਾਂ ਕਿ ਤੁਸੀਂ ਵੀ ਇਹਨਾਂ ਸਾਰੇ ਤਿਉਹਾਰਾਂ ਦਾ ਆਨੰਦ ਮਾਣੋ ਜੋ ਪੰਜਾਬ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ ਅਸੀਂ ਮਨਾਉਂਦੇ ਹਾਂ। ਤੁਸੀਂ ਜਿੱਥੇ ਵੀ ਵਿਦੇਸ਼ਾਂ 'ਚ ਵੀ ਵਸਦੇ ਹੋ, ਇਹਨਾਂ ਸਾਰੇ ਤਿਉਹਾਰਾਂ ਦਾ ਆਨੰਦ ਮਾਣੋ ਤੇ ਤੁਹਾਡੇ ਉੱਤੇ ਵਾਹਿਗੁਰੂ ਦੀ ਕਿਰਪਾ ਹਮੇਸ਼ਾ ਬਣੀ ਰਹੇ। ਸੋ ਇਸੇ ਦੁਆ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੇ ਤੇ ਅਗਲੇ ਪ੍ਰੋਗਰਾਮ ਤੱਕ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਵੇਖਦੇ ਰਹਿਣਾ। ਪੰਜਾਬ ਮੇਲ USA TV ਤੇ ਹੁੰਦੇ ਦਿਓ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।